सो क्लास 9 बच्चे ਹੁਣ तक ਅਸੀਂ 5 एग्जाम्पल्स कर चुके हैं। ਅੱਜ ਅਸੀਂ डिस्कस करांगे एग्जाम्पल नंबर 6। देखो की कह रहा, ए टायर मैन्युफैक्चरिंग कंपनी kept a record of distance covered before a tire needed to be replaced. The table shows the result of 1000 cases। बच्चे देखो एक टायर कंपनी है, उन्होंने एक रिकॉर्ड रखा वा 1000 केस का, ਜਿਹਦੇ ਵਿੱਚ ਦੇਖਿਆ ਗਿਆ ਕਿ ਕਾਰ ਨੂੰ ਕਿੰਨੀ ਦੇਰ ਬਾਅਦ ਟਾਇਰ ਬਦਲਣ ਵਾਸਤੇ ਮਤਲਬ ਕਿ ਜੋ ਟਾਇਰਸ ਨੇ ਕਿਸੇ ਵੀ ਵਾਹੀਕਲ ਦੇ ਉਹ ਕਿੰਨੀ ਦੇਰ ਬਾਅਦ ਚੇਂਜ ਹੋਏ, ਕਿੰਨਾ ਜ਼ਿਆਦਾ ਚੱਲਣ ਤੋਂ ਬਾਅਦ ਚੇਂਜ ਹੋਏ। ਦੇਖੋ ਜਿਹੜੇ ਟਾਇਰ ਹੁੰਦੇ ਨੇ ਉਹ ਤੁਹਾਨੂੰ ਪਤਾ ਹੈ ਕਿ ਜਦੋਂ ਕਾਰ ਨੂੰ ਚਲਾਈਦਾ ਹੈ ਜਾਂ ਕੋਈ ਵਾਹੀਕਲ ਚਲਾਉਂਦੇ ਆ ਅਤੇ ਫ੍ਰਿਕਸ਼ਨ ਦੇ ਕਰਕੇ ਜੋ ਕਾਰ ਦੇ ਟਾਇਰਸ ਨੇ ਉਹ ਖਰਾਬ ਹੋ ਜਾਂਦੇ ਨੇ ਕੁਝ ਸਮੇਂ ਬਾਅਦ। ਜਿੰਨਾ ਜ਼ਿਆਦਾ ਅਸੀਂ ਰਫ ਚਲਾਵਾਂਗੇ, ਜਿੰਨਾ ਜ਼ਿਆਦਾ ਗਲਤ ਜਾਂ ਜਿੰਨਾ ਜ਼ਿਆਦਾ ਅਸੀਂ ਬਹੁਤ ਰਫ ਸੜਕ ਦੇ ਉੱਤੇ ਟਾਇਰ ਨੂੰ ਚਲਾਵਾਂਗੇ ਉਨੀ ਜਲਦੀ ਉਹ ਖਰਾਬ ਹੋ ਜਾਂਦੇ ਨੇ। ਸੋ ਇੱਥੇ ਉਹੀ ਚੀਜ਼ ਲਿਖੀ ਹੈ ਕਿ ਕਿੰਨੀ ਦੇਰ ਬਾਅਦ ਲੋੜ ਪਈ ਟਾਇਰ ਨੂੰ ਚੇਂਜ ਕਰਨ ਦੀ, ਅਤੇ ਉਹ ਰਿਕਾਰਡ ਦੇ ਵਿੱਚ ਦੇਖਿਆ ਕਿ ਡਿਸਟੈਂਸ ਦੇਖੋ ਲੈਸ ਦੈਨ 4000 ਕਿਲੋਮੀਟਰ 'ਤੇ 20% ਆਏ ਟਾਇਰ ਚੇਂਜ ਕਰਵਾਉਣ। 20% ਆਏ 1000 ਕੇਸਿਸ ਨੇ, 20% ਆਏ ਟਾਇਰ ਚੇਂਜ ਕਰਾਉਣ ਵਾਸਤੇ ਆਪਣੇ ਗੱਡੀ ਦੇ। ਠੀਕ ਹੈ, ਅਤੇ ਜਿਨ੍ਹਾਂ ਦੀ ਕਾਰ ਜਾਂ ਕੋਈ ਵਾਹੀਕਲ 4000 ਤੋਂ 9000 ਕਿਲੋਮੀਟਰ ਚੱਲਿਆ, ਠੀਕ ਹੈ, ਇੱਥੇ ਹੀ 4000 ਤੋਂ ਘੱਟ ਸੀ, ਫਿਰ ਵੀ 20 ਲੋਕ ਆਏ। ਅਤੇ 4000 ਤੋਂ 9000 ਜਿਨ੍ਹਾਂ ਨੇ ਕਾਰ ਚਲਾ ਕੇ ਗੱਡੀ ਚਲਾ ਕੇ 210 ਕੇਸ ਇਹੋ ਜਿਹੇ ਨੇ ਜਿਨ੍ਹਾਂ ਨੇ 4000 ਤੋਂ ਬਾਅਦ ਆਪਣੇ ਟਾਇਰ ਚੇਂਜ ਕਰਾਏ, ਪਰ ਉਹਨਾਂ ਵਿੱਚੋਂ ਜ਼ਿਆਦਾ 9000 ਤੋਂ ਘੱਟ ਸੀ, ਹੈ ਨਾ। ਸੋ ਇਹ ਚੀਜ਼ ਦਾ ਮਤਲਬ ਕਿ 210 ਕੇਸ ਆਏ। ਫਿਰ ਉਹ ਲੋਕ ਜਿਨ੍ਹਾਂ ਨੇ 9001 ਕਿਲੋਮੀਟਰ ਤੋਂ ਵੱਧ ਗੱਡੀ ਚਲਾਈ ਪਰ 14000 ਤੋਂ ਘੱਟ ਚਲਾਈ, ਉਹ ਕਿੰਨੇ ਸੀ ਕੇਸ? 325 ਕੇਸ ਸੀ ਜਿਨ੍ਹਾਂ ਨੇ 14000 ਕਿਲੋਮੀਟਰ ਤੋਂ ਘੱਟ ਚਲਾਉਣ ਤੋਂ ਬਾਅਦ ਟਾਇਰ ਚੇਂਜ ਕਰਵਾਏ। ਮੋਰ ਦੈਨ 14000 ਅਤੇ 445 ਕੇਸ ਇਸ ਤਰ੍ਹਾਂ ਦੇ ਸੀ ਜਿਹਦੇ ਵਿੱਚ ਜਿਹੜੀ ਕਾਰ ਦੇ ਟਾਇਰ, ਵਾਹੀਕਲ ਦੇ ਟਾਇਰ ਜਿਹੜੇ ਚੇਂਜ ਕੀਤੇ ਗਏ ਉਹ 14000 ਕਿਲੋਮੀਟਰ ਤੋਂ ਬਾਅਦ ਚੇਂਜ ਕੀਤੇ ਗਏ। ਠੀਕ ਹੈ, ਸੋ ਇਹ ਰਿਕਾਰਡ ਹੈ। ਹੁਣ ਇਹ ਰਿਕਾਰਡ ਦੇ ਰਿਲੇਟਡ ਅਸੀਂ ਕੁਐਸਚਨ ਦੇਖਾਂਗੇ ਕੀ ਪੁੱਛ ਰਿਹਾ ਉਹ। ਇਫ ਯੂ ਬਾਏ ਏ ਟਾਇਰ ਆਫ ਦਿਸ ਕੰਪਨੀ ਵਾਟ ਇਜ਼ ਦਾ ਪ੍ਰੋਬੇਬਿਲਿਟੀ ਦੈਟ, ਜੇਕਰ ਤੁਸੀਂ ਇਹ ਕੰਪਨੀ ਕੋਲੋਂ ਟਾਇਰ ਖਰੀਦੋਗੇ ਤਾਂ ਤੁਹਾਡੇ ਵਾਸਤੇ ਕੀ ਪ੍ਰੋਬੇਬਿਲਿਟੀ ਹੈ, ਕੀ ਸੰਭਾਵਨਾਵਾਂ? ਇਟ ਵਿਲ ਨੀਡ ਟੂ ਬੀ ਰਿਪਲੇਸਡ ਬਿਫੋਰ ਇਟ ਹੈਜ਼ ਕਵਰਡ 4000 ਕਿਲੋਮੀਟਰ। ਠੀਕ ਹੈ, ਇਟ ਵਿਲ ਨੀਡ ਟੂ ਬੀ ਰਿਪਲੇਸ, ਅਤੇ ਤੁਹਾਡੇ ਟਾਇਰ ਜਿਹੜੇ ਉਹ ਚੇਂਜ ਕਰਵਾਉਣੇ ਪੈਣਗੇ ਬਿਫੋਰ ਇਟ ਹੈਜ਼ ਕਵਰਡ 4000 ਕਿਲੋਮੀਟਰ। ਕੀ ਮਤਲਬ ਕਿ ਕਹਿਣ ਦਾ ਮਤਲਬ ਕਿ ਇਹਦੀ ਕਿੰਨੀ ਕੁ ਸੰਭਾਵਨਾ ਵਾ ਕਿ 4000 ਗੱਡੀ ਚਲਾਉਣ ਤੋਂ ਬਾਅਦ ਤੁਹਾਨੂੰ ਟਾਇਰ ਚੇਂਜ ਕਰਾਉਣੇ ਪੈ ਜਾਣ। ਠੀਕ ਹੈ, 4000 ਗੱਡੀ ਚਲਾਉਣ ਤੋਂ ਬਾਅਦ ਤੁਹਾਨੂੰ ਟਾਇਰ ਚੇਂਜ ਕਰਾਉਣ ਜਾਣ। ਤੁਸੀਂ ਇੱਥੇ ਦੇਖੋਗੇ ਇੱਥੇ 4000 ਤੇ ਦੇਖੋ ਲੈਸ ਦੈਨ 4000 ਹੈ, ਅਤੇ ਇਹਦੇ ਵਿੱਚ ਆਪਾਂ ਨੂੰ ਕੀ ਹੈ ਕਿ 4000 ਗੱਡੀ ਚਲਾਉਣ 'ਤੇ ਸਾਨੂੰ ਟਾਇਰ ਚੇਂਜ ਕਰਾਉਣੇ ਪੈ ਗਏ ਬਿਫੋਰ 4000, ਬਿਫੋਰ ਇਟ ਮੀਨਸ 4000 ਲੈਸ ਦੈਨ। ਸੋ ਇੱਥੇ ਵੈਲਿਊ ਕੀ ਹੈ 20। ਸੋ 20 ਨੂੰ ਡਿਵਾਈਡ ਕਰ ਦਿਓ ਟੋਟਲ ਕੇਸਿਸ ਦੇ ਨਾਲ, ਹਮੇਸ਼ਾ ਮੈਕਸਿਮਮ ਨੰਬਰ ਆਫ ਕੇਸਿਸ ਦੇ ਨਾਲ ਹੀ ਡਿਵਾਈਡ ਕਰਨਾ ਹੁੰਦਾ ਨਾ। ਸੋ ਸਾਡੇ ਕੋਲ ਇੱਥੇ ਕੀ ਆਏਗਾ 20/1000। ਦੇਖੋ 20/1000 ਲਿਖਿਆ ਔਰ ਆਂਸਰ ਕੀ ਆਇਆ 0.02। ਸਿਮਿਲਰਲੀ ਦੂਜਾ ਕੀ ਹੈ, ਇਟ ਵਿਲ ਲਾਸਟ ਮੋਰ ਦੈਨ 9000 ਕਿਲੋਮੀਟਰ। ਉਹ ਕਹਿੰਦਾ ਘੱਟੋ ਘੱਟ ਤੁਹਾਡੇ ਜਿਹੜੇ ਟਾਇਰ ਹੈਗੇ ਨੇ ਉਹ 9000 ਕਿਲੋਮੀਟਰ ਤੱਕ ਚੱਲ ਜਾਣਗੇ। ਸੋ 9000 ਤੇ ਵੈਲਿਊ ਕੀ ਹੈ 210। ਇਟ ਮੀਨਸ ਹੁਣ ਤੁਸੀਂ 210 ਨੂੰ ਲੈ ਕੇ ਡਿਵਾਈਡ ਕਰ ਦੋਗੇ, ਸੋਰੀ ਇੱਥੇ 210 ਔਰ ਉਹਨੇ ਕਿਹਾ ਵਾ ਕਿ ਸੋਰੀ ਇਟ ਵਿਲ ਬੀ ਲਾਸਟ ਮੋਰ ਦੈਨ ਗਿਆ ਨੇ, ਹੈ ਨਾ, ਮੋਰ ਦੈਨ 9000 ਦਾ ਮਤਲਬ ਕਿ 9000 ਤੋਂ ਉੱਪਰ ਉਹ ਕੀ ਆ ਰਹੀ ਵੈਲਿਊ 325 ਅਤੇ 445। ਮੋਰ ਦੈਨ 9000 ਦੇ ਵਿੱਚ ਇਹ ਵੀ ਆ ਜਾਏਗੀ ਔਰ ਇਹ ਵੀ ਆ ਜਾਏਗੀ 9000 ਤੋਂ ਵੱਧ। ਇੱਥੇ ਇਹ ਦੋਨੋਂ ਵੈਲਿਊ ਕੀ ਹੈ 9000 ਤੋਂ ਵੱਧ ਬਾਅਦ 'ਚ ਹੈ 9001 ਔਰ 14000 ਮੋਰ ਹੈ। ਠੀਕ ਹੈ, ਸੋ 325 ਔਰ 445 ਦੋਨਾਂ ਦਾ ਸਮ ਆਏਗਾ, ਉਹ ਕਿੰਨਾ ਬਣਿਆ 770। ਸੋ 770 ਨੂੰ 1000 ਨਾਲ ਡਿਵਾਈਡ ਕਰੋਗੇ ਯੂ ਹੈਵ 0.77। ਠੀਕ ਹੈ ਬੱਚੇ। ਸੋ ਲਾਸਟ ਕੀ ਹੈ, ਇਟ ਵਿਲ ਨੀਡ ਟੂ ਰਿਪਲੇਸਡ ਆਫਟਰ ਇਟ ਹੈਜ਼ ਕਵਰਡ ਸਮਵੇਅਰ ਬਿਟਵੀਨ 4000 ਐਂਡ
कहता की संभावना वा कि जेकर तुहानूं 4000 किलोमीटर और 14000 किलोमीटर दे विच 4000 आ वा ते 14000 आया वा है ना, मोर देन 4 हाँ 14000 आ रहेगा 4000 और 14000 दे विच रिप्लेस करने की लोड़ पै सकती है तुहानूं टायर की, तो फिर की संभावना, फिर तुसीं इस बच्चे सारे प्लस कर दो। ठीक है, सो इत्थे प्लस कर दोगे तुसीं किन्नू किन्नू प्लस करोगे वैल्यू 4000। देखो इत्थे ना एक चीज़ याद रखो क्योंकि इत्थे लैस दैन 4 है ना, ये 20 नहीं आएगा क्योंकि लैस दैन 4 है, 4000 तो घट है। सो 4000 और 14000 दे विच आ दो वैल्यू आनी है 210 और 325। ठीक है, 20 नहीं लैनी आपां क्योंकि 20 करने वास्ते लैस दैन 4 है, पर उन्हें क्या 4000 तो 14000 तो 210 और 325 आएगी। सो देखो आखो 210 और 325 आएगी, इन दोनों सब करोगे 535 आ गया। 535 में 1000 डिवाइड करोगे यू हैव 0.535। सो बच्चे क्वेश्चन सी वैरी इंपोर्टेंट क्वेश्चन, इस तरह का क्वेश्चन तुहानूं एक्सरसाइज दे विच भी मिलेगा। ठीक है, चलो नैक्सट क्वेश्चन देखते हैं। नैक्सट क्वेश्चन, द परसेंटेज ऑफ द मार्क ऑबटेन बाय स्टूडेंट इन द मंथली यूनिट टेस्ट जिहड़े हर मंथ टेस्ट हो रहे हैं, यूनिट टेस्ट हो रहे हैं, मान लो पहले मंथ, दूजे मंथ, तीजे मंथ और चौथे मंथ और फिफ्थ मंथ। ठीक है, परसेंटेज ऑबटेन 69, पहले 69 आए, फिर 70 में आए, 73, 7। सो इस तरीके नाल आए, ये मार्क्स दिते गए हैं यूनिट्स। क्लीयर, बेस्ड ऑन दिस डेटा फाइंड द प्रोबेबिलिटी दैट ए स्टूडेंट गेट्स मोर दैन 70 मार्क्स इन यूनिट टेस्ट। मोर दैन 70 बच्चे कितने कितने आ रहे हैं, मोर दैन 70% आ रहे हैं, एक कितने आ रहे हैं, एक कितने आ रहे हैं और एक कितने आ रहे हैं। ठीक है, टोटल 71, 73 और 74। सो साढ़े को कितने केस ने, टोटल केस है साढ़े को 1 2 3 4 5। ठीक है, सो 5 केस दे विचों 3 केस दे विच 73 केस है साढ़े को जिते 70% वध आ रहे नंबर। टोटल 5 कितने केस है 5, तो 5 3 केस है 1 2 3। सो इट मीनस साढ़े को प्रोबेबिलिटी आ वा कि साढ़े जिहड़े मार्क्स है ने वो 70% तो वध की आएंगे, वो आएंगे 3/5। प्रोबेबिलिटी की आएगी 3/5 क्योंकि टोटल केस कितने आ रहे हैं, टोटल केस 5 ने, 5 में 3 केस साढ़े ने 70%। वो देखो बच्चे संभावना की है 0.6 की आया कि तुहाडा जेकर उस बच्चे का जिहदा भी टैस्ट रिपोर्ट है आपां दोबारा असी टैस्ट लईए तो 0.6 पॉसिबिलिटी है कि उहदे जिहड़े नंबर ने वो जिहड़े आ 70% तो वध आ जाए। 0.6 प्रोबेबिलिटी हैगी है, वधिया प्रोबेबिलिटी है क्योंकि हाफ तो उपर है, 0.5 तो उपर है। सो चांसिस हैगे ने कि जो दोबारा टैस्ट लिता जाएगा तो वो 70% तो वध नंबर आ सकते हैं, पर जरूरी नहीं आ सकन क्योंकि इत्थे 0.4 प्रोबेबिलिटी यह भी है कि वो नंबर 70 तो घट आ सकते, पर ज़्यादा प्रोबेबिलिटी की आई कि वो 70 नंबर आ सकते, 70 तो वध नंबर आ सकते हैं। ठीक है बच्चे, आसान है। उस तो बाद आ जाओ एग्जाम्पल नंबर 8 पर आ जाओ। हाँ जी, एन इंश्योरेंस कंपनी, दिस इज़ वेरी इंपॉर्टेंट क्वेश्चन। एन इंश्योरेंस कंपनी सिलेक्टेड 20,000 ड्राइवर्स एट रैंडम। इट मीनस थले जो डेटा तुम देख रहे हो यह ड्राइवर्स का डेटा है जो कार चला रहे हैं या ट्रक चला रहे हैं, कुछ भी है। विदाउट एनी प्रेफरेंस ऑफ वन ड्राइवर ओवर अनदर इन ए पर्टिकुलर सिटी टू फाइंड द रिलेशनशिप बिटवीन एज एंड एक्सीडेंट्स द डेटा ऑबटेन आर गिवन इन द फॉलोइंग टेबल। देखो ये डेटा दिता है, यह डेटा की दस रहा है एज और एज, उस एज के दरमियान कितने एक्सीडेंट होए। देखो ड्राइवर की एज दी गई है 18 to 29। वो ड्राइवर इस कैटेगरी के ड्राइवर आएंगे जिन्हों की एज की है 18 to 29। ये किहड़े आएंगे जिन्हों की उम्र 30 साल तो ज़्यादा वा तो 50 साल तो घट है। और थर्ड के किहड़े आ रहे हैं 50 तो अबव, जिहड़े थोड़े ओल्ड होणगे, ठीक है, एक्सपीरियंसड होणगे, असीं ये कह सकते हैं। सो इत्थे दिता है एक्सीडेंट इन 1 ईयर, 0 एक्सीडेंट, 1 एक्सीडेंट, 2 एक्सीडेंट, 3 और या 3 तो ज़्यादा एक्सीडेंट किए। वो देखो 18 तो 29 साल की उम्र के 18 to 29 ईयर की एज के 440 ड्राइवर ने
440 ड्राइवर हैं जिन्होंने कोई एक्सीडेंट नहीं किया। मेरी गल समझ गए? 440 वो ड्राइवर ने जिन्होंने कोई भी एक्सीडेंट नहीं किया, पर 18 तो 29 साल की एज दे विच जिन्होंने एक एक्सीडेंट किया वो 160 ड्राइवर भी हैगे ने। इस तरह जिन्होंने 2 एक्सीडेंट किए हैं वो किन्ने ने 110 ड्राइवर हैगे ने, तो जिन्होंने 3 एक्सीडेंट कर दिते ने वो है 35 ड्राइवर। इस तरह सारा डेटा दिता गया। ਹੁਣ देखो जिन्हों की उम्र अबव 50 साल है उन्होंने 360 ड्राइवर ने जिन्होंने कोई एक्सीडेंट नहीं किया, पर उन्होंने 9 ड्राइवर ਇਹੋ ਜਿਹੇ ਨੇ जिन्हों ने 3 तो ज़्यादा एक्सीडेंट कर दिते ओवर 3। सो दिस इज़ एक्चुअली अ डेटा कि जिहदे नाल असी नीचे दिते हुए क्वेश्चनस नूं देखांगे कि उन्हों का की रिजल्ट की आएगा। सो बच्चे देखो हुण फर्स्ट क्वेश्चन की कह रहा, बीइंग 18 to 29 जिन्हों की उम्र 18 to 19 ईयर्स ने, हैविंग एग्जैक्टली 3 एक्सीडेंट इन 1 ईयर, तो की प्रोबेबिलिटी है? फाइंड द प्रोबेबिलिटी ऑफ द फॉलोइंग इवेंट्स फॉर द ड्राइवर चूजन एट द रैंडम फॉर द सिटी। सो 18 to 29 ईयर जिन्होंने 3 एग्जैक्ट एक्सीडेंट किए वो कितनी वैल्यू है? 18 to 29 ਦੇ ਵਿੱਚ ਸਾਡੇ ਕੋਲ 61 ड्राइवर ने जिन्होंने 3 एक्सीडेंट किए। टोटल कितने ड्राइवर से? साढ़े को 2000 ड्राइवर से। 2000 ਦੇ ਵਿੱਚੋਂ ਸਾਡੇ ਕੋਲ 61 ड्राइवर्स ने 3 एक्सीडेंट किए, तो प्रोबेबिलिटी क्या आएगी? 61/2000, सो अप्रोक्सीमेटली आ गई 0.031। ठीक है। बीइंग 30-50 ईयर्स एज हैविंग 1 or more एक्सीडेंट इन 1 ईयर। ਹੁਣ 30 ਤੋਂ 50 ਸਾਲ ਦੇ ਵਿੱਚ ਜਿਹਨੇ ਕਿਹਾ ਕਿ हैविंग 1 एक एक्सीडेंट या एक तो ज़्यादा, एक एक्सीडेंट का मतलब कि 125 ड्राइवर प्लस 60 22 और 18। उन्होंने कहा कि 1 या 1 तो ज़्यादा केस जिहदे एक्सीडेंट होए तो क्या आएगा? 125 60 22 और 18। ठीक है। सो सब नूं प्लस करना पेगा सानूं। देखो 125 60 22 18 सारे नूं प्लस कर दिता और प्लस करके डिवाइड किया और यू हैव 0.113। हाँ जी बच्चे थर्ड की है, हैविंग नो एक्सीडेंट इन 1 ईयर। एक साल दे विच कोई भी एक्सीडेंट नहीं होया तो वो बच्चे किहड़ा आएगा? आह वाली लाइन सारी आ जाएगी, क्योंकि कोई भी एक्सीडेंट नहीं होया एक साल दे विच। सो 440 505 360 नूं प्लस कर देना, कितना आया? 1305 नूं 2000 नाल डिवाइड कर दो। सो यू हैव 0.653 योर आंसर। सो नेक्स्ट बच्चे एग्जाम्पल नंबर 9 देखो, कंसीडर द फ्रीक्वेंसी डिस्ट्रीब्यूशन टेबल 14.3। चलो भाई असी 14.3 देखते हैं। हाँ जी बच्चे देखो 14.3 टेबल रहा 243 पेज उत्ते क्लीयर इच देख रहे हो तुसी वेट दिते हुए ने, वेट ते नंबर ऑफ स्टूडेंट्स असी देख रहे हैं कि 31 और 35 जिहड़े kg वेट है जिन्हों का वो 9 बच्चे ने, जिन्होंने 36 to 40 kg वेट है वो 5 बच्चे ने। सो इस तरीके नाल एक इन्होंने एक टेबल दिता होया। सो यह टेबल आप देख के क्वेश्चन सॉल्व करांगे। हाँ जी बच्चे की कह रहा, फाइंड द प्रोबेबिलिटी दैट द वेट ऑफ ए स्टूडेंट इन ए क्लास लाइज इन इंटरवल 46 and 50 kg। 46 and 50 kg इतने आप नंबर ऑफ टोटल नंबर ऑफ स्टूडेंट भी पता होना चाहिए है वो है साढ़े को। सो वो बच्चे साढ़े को वेट टोटल बच्चे कितने ने 38। तो हम आप किहड़े बच्चे लैने ने जिन्हों का वेट आएगा 46 to 50, वो कितने बच्चे ने? चलो चैक करते हैं। 46 to 50 kg के बच्चे साढ़े को बच्चे कितने आ रहे हैं? साढ़े को आ रहे हैं 3 इट मीनस 3 नूं डिवाइड करांगे 38 दे नाल। तो देखो ऐसे किया 3 नूं 38 नाल डिवाइड, साढ़े को आंसर कितना आया? 0.079। ठीक है बच्चे। उस तरह असी देखिया गिव 2 इवेंट्स इन दिस कंटेंट, वन हैविंग प्रोबेबिलिटी 0 एंड अदर हैविंग प्रोबेबिलिटी 1। हाँ वो कहता कोई भी तुम दसो कि जिहदे विच प्रोबेबिलिटी 0 आए हुण दूजी आवे हैविंग 1। देखो 0 प्रोबेबिलिटी का मतलब कि बिल्कुल भी केस जिहड़ा हैगा चलो एग्जाम्पल आप देखते हैं एग्जाम्पल ना किवें करना नूं, पर 0 का मतलब समझो
कि ਬੱਚੇ ਦੇਖੋ ਇੱਕ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਈਜ਼ੀ ਜੀ। ਮੰਨ ਲਓ ਤੁਸੀਂ ਇੱਕ ਡਾਈ ਸੁੱਟੀ, ਡਾਈ ਦੇ ਵਿੱਚ ਤੁਹਾਨੂੰ ਪਤਾ 6 ਫੇਸ ਹੁੰਦੇ ਨੇ, तो ਉਹਦੇ ਵਿੱਚ ਨੰਬਰ ਆਉਣ ਦੀ ਸੰਭਾਵਨਾ ਕਿੰਨੀ ਹੁੰਦੀ ਹੈ? ਉਹ 'ਚ ਜਾਂ ਤਾਂ ਨੰਬਰ 1 ਆਊਗਾ ਜਾਂ 2 ਆਊਗਾ ਜਾਂ 3 ਆਊਗਾ ਜਾਂ 5 ਆਊਗਾ ਜਾਂ 6 ਆਊਗਾ, ਪਰ ਉਹ 'ਚ ਕਦੀ ਵੀ 7 ਨਹੀਂ ਆਊਗਾ, ਕਦੀ ਵੀ 8 ਨਹੀਂ ਆਊਗਾ। ਅਤੇ ਜੇ ਮੈਂ ਡਾਈ ਸੁੱਟਾਂ ਅਤੇ ਮੈਂ ਕਹਾਂ ਕਿ 10 ਆਉਣ ਦੀ ਪ੍ਰੋਬੇਬਿਲਿਟੀ ਕਿੰਨੀ ਹੈ? ਸੋ 10 ਕਦੀ ਆ ਨਹੀਂ ਸਕਦਾ, ਇਸ ਕਰਕੇ ਮੈਂ ਲਿਖਾਂਗਾ ਪ੍ਰੋਬੇਬਿਲਿਟੀ 0। ਠੀਕ ਹੈ। ਹੁਣ ਬੱਚਿਓ ਦੇਖੋ ਇੱਕ ਹੋਰ ਐਗਜ਼ਾਮਪਲ ਦਿੰਦਾ ਮੈਂ। ਉਹ ਐਗਜ਼ਾਮਪਲ ਹੈ ਕਿ ਜਦੋਂ ਮੈਂ ਡਾਈ ਸੁੱਟੀ ਅਤੇ ਨੰਬਰ ਆਵੇ ਲੈਸ ਦੈਨ 7। ਹੁਣ ਤੁਸੀਂ ਸੋਚੋਗੇ ਕਿ ਡਾਈ ਦੇ ਉੱਤੇ ਜਿੰਨੇ ਵੀ ਨੰਬਰ ਹੁੰਦੇ ਨੇ ਉਹ ਸਾਰੇ 7 ਤੋਂ ਛੋਟੇ ਹੀ ਹੁੰਦੇ ਨੇ। ਠੀਕ ਹੈ ਨਾ, 7 ਤੋਂ ਛੋਟੇ ਹੁੰਦੇ ਨੇ। 6 ਆਊਗਾ ਮੈਕਸੀਮਮ, ਵੱਧ ਤੋਂ ਵੱਧ 6 ਆ ਜਾਊਗਾ, ਪਰ 6 ਵੀ ਕੀ ਹੁੰਦਾ 7 ਤਾਂ ਛੋਟਾ। ਇਟ ਮੀਨ ਜਦੋਂ ਮੈਂ ਡਾਈ ਸੁੱਟਾਂਗਾ ਅਤੇ ਇਟ ਇਜ਼ 100% ਪੋਸੀਬਿਲਿਟੀ ਕਿ ਜਿਹੜਾ ਨੰਬਰ ਆਏਗਾ ਉਹ ਕੀ ਆਏਗਾ? ਲੈਸ ਦੈਨ 7 ਹੀ ਆਏਗਾ। ਸੋ ਇਹਨੂੰ ਕਹਾਂਗੇ ਮੈਂ ਪ੍ਰੋਬੇਬਿਲਿਟੀ 100% ਹੈ, ਇਹਨੂੰ ਮੈਂ ਕਹਾਂਗਾ ਪ੍ਰੋਬੇਬਿਲਿਟੀ 1 ਹੈ। ਠੀਕ ਹੈ, ਉਹ ਇਹ ਚੀਜ਼ ਕਹਿਣ ਦੀ ਕੋਸ਼ਿਸ਼ ਕਰ ਰਿਹਾ। ਤੁਹਾਨੂੰ ਪਤਾ ਲੱਗ ਗਿਆ ਪ੍ਰੋਬੇਬਿਲਿਟੀ 0 ਕਿਵੇਂ ਹੈ ਅਤੇ ਪ੍ਰੋਬੇਬਿਲਿਟੀ 1 ਕਿਵੇਂ ਹੋ ਸਕਦੀ ਹੈ। ਠੀਕ ਹੈ, ਚਲੋ ਇਹਨੇ ਐਗਜ਼ਾਮਪਲ ਕੀ ਲਈ ਹੈ, ਉਹਨੇ ਦੇਖਿਆ ਫॉर द इंस्टेंस कंसीडर द इवन दैट ए स्टूडेंट्स वेट 30 kg। ਹੁਣ ਤੁਹਾਨੂੰ ਪਤਾ ਹੈ ਕਿ 30 kg ਦਾ ਤਾਂ ਇੰਟਰਵਲ ਨਹੀਂ ਸੀਗਾ, ਹੈ ਨਾ, ਕਿਉਂਕਿ ਜੋ ਸਾਡਾ ਦੇਖੋ 30 kg ਦਾ ਤਾਂ ਸਾਡੇ ਕੋਲ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ 30 kg ਸਾਡੇ ਕੋਲ ਵੇਟ ਹੋਏਗਾ, ਕਿਉਂਕਿ 31 ਤੋਂ ਸ਼ੁਰੂ ਹੋ ਰਿਹਾ ਵੇਟ। ਸੋ ਇੱਥੇ ਪ੍ਰੋਬੇਬਿਲਿਟੀ ਕੀ ਹੈ ਕਿ 0, ਕਿਉਂਕਿ ਕੇਸ ਹੀ ਨਹੀਂ ਗਾ ਸਾਡੇ ਕੋਲ ਤਾਂ ਨੰਬਰ ਹੀ 31 ਤੋਂ ਸ਼ੁਰੂ ਹੋ ਰਿਹਾ। ਠੀਕ ਹੈ, ਸੋ ਉਹਨੇ ਇਸ ਕਰਕੇ ਲਿਖਿਆ ਕਿ ਫॉर द इंस्टेंस कंसीडर द इवेंट ਕਿ ਅਸੀਂ ਉਹ ਈਵੈਂਟ ਲਈਏ ਜਿਹਦੇ ਵਿੱਚ ਸਟੂਡੈਂਟ ਦਾ ਵੇਟ ਆਪਾਂ 30 kg ਲਈਏ। ਸੋ ਇਸ ਕੇਸ ਦੇ ਵਿੱਚ ਕੀ ਹੋਏਗਾ? ਸਾਡੇ ਕੋਲ ਪ੍ਰੋਬੇਬਿਲਿਟੀ ਕੀ ਬਣੇਗੀ? 0। ਕਿਉਂ? ਸਿੰਸ ਨੋ ਸਟੂਡੈਂਟ ਹੈਜ਼ ਦਿਸ ਵੇਟ, ਦ ਪ੍ਰੋਬੇਬਿਲਿਟੀ ਅਕਰਸ ਆਫ ਦਿਸ ਈਵੈਂਟ ਇਜ਼ 0। ਫਿਰ ਦੂਸਰਾ ਕੇਸ ਕੀ ਕਹਿ ਰਿਹਾ? ਸਿਮਿਲਰਲੀ ਦ ਪ੍ਰੋਬੇਬਿਲਿਟੀ ਆਫ ਸਟੂਡੈਂਟ ਵੇਟਿੰਗ ਮੋਰ ਦੈਨ 30 kg। ਉਹ ਦੇਖੋ ਅਗਰ ਤੁਸੀਂ ਮੋਰ ਦੈਨ 30 kg ਦੇਖਦੇ ਹੋ ਤਾਂ ਸਾਰੇ ਕਿੰਨੇ ਆ? ਸੋ ਵੀ ਹੈਵ 100% ਪੋਸੀਬਿਲਿਟੀ, ਕਿਉਂਕਿ ਜਿੰਨੇ ਵੀ 38 ਸਟੂਡੈਂਟਸ ਨੇ ਉਹਨਾਂ ਸਾਰਿਆਂ ਦਾ ਵੇਟ ਕੀ ਹੈ? 30 kg ਤੋਂ ਕੀ ਹੈ? ਜ਼ਿਆਦਾ ਵਾ, 30 kg ਤੋਂ ਜ਼ਿਆਦਾ ਵਾ। ਇਟ ਮੀਨਸ ਕੋਈ ਵੀ ਅਸੀਂ ਰੈਂਡਮਲੀ ਬੱਚੇ ਨੂੰ ਸਿਲੈਕਟ ਕਰਾਂਗੇ, ਉਹਦਾ ਵੇਟ ਕੀ ਹੋਏਗਾ? ਹਮੇਸ਼ਾ 30 ਤੋਂ ਜ਼ਿਆਦਾ ਹੀ ਆਏਗਾ। ਸੋ ਇੱਥੇ ਲਿਖਾਂਗੇ ਸਾਰੇ ਬੱਚਿਆਂ ਦਾ ਵੇਟ 30 ਤੋਂ ਜ਼ਿਆਦਾ ਹੀ ਹੈ, ਤਾਂ ਲਿਖਾਂਗੇ 38/38 ਕੱਟੇਗੇ ਤਾਂ ਕੀ ਆ ਗਿਆ? 1 ਆ ਗਿਆ। ਸੋ ਦਿਸ ਇਜ਼ ਹਾਊ ਦਿਸ ਐਗਜ਼ਾਮਪਲ ਵਰਕਸ। ਓਕੇ, ਸੋ ਲਾਸਟ ਕੁਐਸਚਨ ਐਗਜ਼ਾਮਪਲ ਨੰਬਰ 10। ਇਹਦੇ ਨਾਲ ਹੀ ਤੁਹਾਡਾ ਜੋ ਬੱਚੇ ਪ੍ਰੋਬੇਬਿਲਿਟੀ ਚੈਪਟਰ ਓਵਰ ਹੋ ਜਾਏਗਾ ਐਂਡ ਤੁਸੀਂ ਬੱਚੇ ਸਾਰੇ ਐਕਸਰਸਾਈਜ਼ ਕਰ ਸਕੋਗੇ। ਔਰ ਐਕਸਰਸਾਈਜ਼ ਵਾਸਤੇ ਤੁਹਾਨੂੰ ਮੈਂ ਕਹਿ ਚੁੱਕਾ ਕਿ NCERT ਸੋਲਿਊਸ਼ਨਸ ਤੁਸੀਂ ਦੇਖ ਸਕਦੇ ਹੋ, ਅਦਰਵਾਈਜ਼ ਮੈਂ ਤੁਹਾਡੀ ਜ਼ਰੂਰ ਹੈਲਪ ਕਰਾਂਗਾ ਅਗਰ ਤੁਹਾਨੂੰ ਕੋਈ ਕੁਐਸਚਨ ਅੜੇਗਾ। ਕਲੀਅਰ? ਸੋ ਲੈਟਸ ਡਿਸਕਸ ਐਗਜ਼ਾਮਪਲ ਨੰਬਰ 10। 50 seeds were selected at random from each 5 bags of seeds। ਦੇਖੋ ਸਾਡੇ ਕੋਲ 5 ਬੈਗਸ ਨੇ ਜਿਨ੍ਹਾਂ ਦੇ ਵਿੱਚ ਸੀਡਸ ਹੈਗੇ ਨੇ, ਔਰ ਹਰ ਇੱਕ ਬੈਗ ਦੇ ਵਿੱਚੋਂ ਤੁਸੀਂ ਨਿਕਾਲੇ 50 ਸੀਡ ਨਿਕਾਲ ਲਏ ਤੁਸੀਂ ਹਰ ਇੱਕ ਬੈਗ 'ਚੋਂ। ਐਂਡ ਵਰ ਕੈਪਟ ਅੰਡਰ ਦਾ ਸਟੈਂਡਰਡਾਈਜ਼ ਕੰਡੀਸ਼ਨ ਫੇਵਰੇਬਲ ਫॉर ਜਰਮੀਨੇਸ਼ਨ। ਅਤੇ ਉਹਨਾਂ ਨੂੰ ਜਰਮੀਨੇਸ਼ਨ ਹੋਣ ਵਾਸਤੇ ਇੱਕ ਸਪੈਸ਼ਲ ਕੰਡੀਸ਼ਨ ਦੇ ਵਿੱਚ ਰੱਖਿਆ ਗਿਆ। ਔਰ 20 ਦਿਨਾਂ ਬਾਅਦ ਆਫਟਰ 20 days ਦ ਨੰਬਰ ਆਫ ਸੀਡਸ ਵਿਚ ਹੈਜ਼ ਜਰਮੀਨੇਟਡ ਇਨ ਈਚ ਕਲੈਕਸ਼ਨ ਵਰ ਕਾਊਂਟਡ ਐਂਡ ਰਿਕਾਰਡਡ ਐਜ਼ ਫੋਲੋ। ਸੋ ਜਿਹੜੇ ਬੀਜ ਸੀ ਜਰਮੀਨੇਟ ਹੋਏ, ਉਹ ਦੇਖੋ ਪਹਿਲੇ ਬੈਗ ਦੇ ਵਿੱਚ ਆਪਾਂ ਕਿੰਨੇ ਕੱਢੇ ਸੀ? 50 ਦੇ ਵਿੱਚੋਂ 40 ਸਾਡੇ ਕੋਲ ਜਿਹੜੇ ਸੀ ਉਹ ਜਰਮੀਨੇਟ ਹੋਏ ਨੇ। ਉਸ ਤੋਂ ਬਾਅਦ ਇੱਥੇ ਸੈਕਿੰਡ ਬੈਗ 'ਚੋਂ 48 ਹੋਏ ਨੇ, 42 ਹੋਏ ਨੇ, 39 ਹੋਏ ਨੇ, ਔਰ ਫਿਫਥ ਬੈਗ ਦੇ ਵਿੱਚੋਂ ਕਿੰਨੇ ਹੋਏ ਨੇ? 41 ਹੋਏ ਨੇ। ਠੀਕ ਹੈ, ਸੋ ਇਹ ਰਿਕਾਰਡ ਆ ਗਿਆ। ਸੋ ਆਪਾਂ ਹੁਣ ਇਹਦੇ ਕੁਐਸਚਨ ਦੇਖਣਾ ਕਿ ਕੁਐਸਚਨ ਕੀ ਕਹਿ ਰਿਹਾ। what is the probability of germination of more than 40 seed in a bag? more than 40 seed। so more than 40 seed ਕਿੱਥੇ ਆ ਰਹੇ ਨੇ? ਇੱਥੇ ਆ ਰਹੇ ਨੇ, 1 2 3 ਬੈਗ ਦੇ ਵਿੱਚ ਆ ਰਹੇ ਨੇ, ਹੈ ਨਾ, 3 ਬੈਗਸ ਦੇ ਵਿੱਚ ਆ ਰਹੇ ਨੇ। ਸੋ ਆਈ ਪ੍ਰੋਬੇਬਿਲਿਟੀ ਕੀ ਹੈ ਕਿ ਟੋਟਲ ਕੇਸ 5 ਨੇ, ਤਾਂ 3/5 ਇਟ ਇਜ਼ 0.6 ਆ ਗਈ। ਕਲੀਅਰ? ਦੂਜਾ ਕੁਐਸਚਨ ਹੈ 49 ਸੀਡਸ ਇਨ ਅ ਬੈਗ। 49 ਸੀਡਸ ਇਨ ਅ ਬੈਗ ਕਿਤੇ ਵੀ ਨਹੀਂ ਗਾ, 49 ਤੇ ਕਿਤੇ ਵੀ ਨਹੀਂ ਹੈਗੇ। ਠੀਕ ਹੈ ਨਾ, ਕਿਤੇ ਵੀ ਨਹੀਂ ਗਾ। ਤਾਂ ਪ੍ਰੋਬੇਬਿਲਿਟੀ ਕਿੰਨੀ ਆਏਗੀ? ਜਦੋਂ ਹੈਗਾ ਹੀ ਨਹੀਂ ਤਾਂ 0 ਆਏਗੀ। ਤੁਹਾਨੂੰ ਦੱਸਿਆ ਹੋਇਆ 0 ਆਉਂਦੀ ਹੈ। ਸੋ ਦੇਖੋ 0 ਹੈ ਨਾ, ਸੋ ਪ੍ਰੋਬੇਬਿਲਿਟੀ 0, ਕਿਉਂਕਿ 49 ਵਾਲਾ ਕੋਈ ਵੀ ਨਹੀਂ ਹੈਗਾ।
ਉਸ ਤੋਂ ਬਾਅਦ ਥਰਡ ਕੇਸ ਕੀ ਹੈ ਬੱਚੇ ਥਰਡ ਕੇਸ ਹੈ ਮੋਰ ਦੈਨ 35 ਸੀਡ। ਸੋ ਸਾਰੇ ਬੈਗਸ ਦੇ ਵਿੱਚੋਂ ਮੋਰ ਦੈਨ 35 ਹੀ ਆਏ ਨੇ, ਮੋਰ ਦੈਨ 35 ਹੀ ਆਏ ਨੇ। ਸੋ ਹਰ ਇੱਕ ਬੈਗ ਦੇ ਵਿੱਚੋਂ ਜਿਹੜੇ ਵਧੀਆ ਬੀਜ ਸੀ ਜਿਹੜੇ ਜਰਮੀਨੇਟ ਹੋਏ ਨੇ ਉਹ ਸਾਰੇ 35 ਪਲੱਸ ਹੀ ਗਏ ਨੇ। ਇਟ ਮੀਨਸ 100% ਪੋਸੀਬਿਲਿਟੀ। ਸੋ ਇੱਥੇ ਹੈਗਾ 5/5 ਤੋਂ 1। ਠੀਕ ਹੈ ਬੱਚੇ, ਇਹਦੇ ਨਾਲ ਹੀ ਬੱਚੇ ਬਸ ਅੱਜ ਦਾ ਕੰਮ ਇੰਨਾ ਹੀ ਹੈ। ਸੋ ਹੁਣ ਤੁਸੀਂ ਸਾਰੇ ਬੱਚਿਆਂ ਨੇ ਐਕਸਰਸਾਈਜ਼ 15.1 ਸੋਲਵ ਕਰਨ ਦੀ ਕੋਸ਼ਿਸ਼ ਕਰਨੀ ਹੈ। ਬਹੁਤ ਹੀ ਆਸਾਨ ਹੈ, ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ। ਥੈਂਕ ਯੂ ਵੈਰੀ ਮਚ।